TVN ਦੇਖਣ ਵਾਲੇ ਸਮੁੱਚੇ ਦਰਸ਼ਕਾਂ ਨੂੰ ਦਵਿੰਦਰ ਸਿੰਘ ਬੈਨੀਪਾਲ ਵੱਲੋਂ ਪਿਆਰ ਅਤੇ ਅਦਬ ਸਹਿਤ ਸਤਿ ਸ਼੍ਰੀ ਅਕਾਲ। ਦ ਬੈਨੀਪਾਲ ਸ਼ੋਅ ਵਿੱਚ ਤੁਹਾਡਾ ਸਭਨਾਂ ਦਾ ਨਿੱਘਾ ਸਵਾਗਤ। ਆਓ ਦੋਸਤੋ, ਸਭ ਤੋਂ ਪਹਿਲਾਂ ਅੱਜ ਦੀਆਂ ਖਬਰਾਂ ਦੇ ਉੱਤੇ ਸੰਖੇਪ ਨਜ਼ਰ ਮਾਰੀਏ। ਰਾਸ਼ਟਰਪਤੀ ਅਹੁਦੇ ਲਈ ਲੜਾਈ ਜਾਰੀ ਰੱਖਾਂਗਾ, ਰਾਸ਼ਟਰਪਤੀ ਟਰੰਪ ਦਾ ਕਹਿਣਾ। ਕੈਨੇਡਾ ਨੇ ਵਧਾਈ ਸਖਤੀ, ਹਵਾਈ ਯਾਤਰੀਆਂ ਲਈ ਕੀਤੇ ਨਵੇਂ ਨਿਯਮ ਲਾਗੂ। ਬਰਤਾਨਵੀ ਪ੍ਰਧਾਨ ਮੰਤਰੀ ਨੇ ਆਪਣਾ ਭਾਰਤ ਦੌਰਾ ਕੀਤਾ ਰੱਦ। ਬਰਤਾਨਵੀ ਪ੍ਰਧਾਨ ਮੰਤਰੀ ਦਾ ਭਾਰਤ ਦੌਰਾ ਰੱਦ ਹੋਣ ਤੋਂ ਬਾਅਦ ਸੁਖਬੀਰ ਦਾ ਵੱਡਾ ਬਿਆਨ। ਅਵੈ ਚੌਟਾਲਾ ਕਿਸਾਨਾਂ ਦੇ ਹੱਕ ਵਿੱਚ ਨਿਤਰੇ, ਕੀਤਾ ਅਸਤੀਫੇ ਦਾ ਐਲਾਨ। ਦਿੱਲੀ ਤੋਂ ਬਾਅਦ ਅਗਲਾ ਨਿਸ਼ਾਨਾ ਹੋਵੇਗਾ ਚੰਡੀਗੜ੍ਹ। 6 ਜਨਵਰੀ ਦੀ ਬਜਾਏ ਹੁਣ 7 ਜਨਵਰੀ ਨੂੰ ਹੋਵੇਗਾ ਟਰੈਕਟਰ ਮਾਰਚ। ਨਵਾਂ ਸ਼ਹਿਰ ਵਿੱਚ ਦਿਲ ਕੰਬਾਊ ਘਟਨਾ। ਵਿਆਹ ਤੋਂ 5 ਦਿਨ ਪਹਿਲਾਂ ਲੜਕੀ ਨੇ ਪਰਿਵਾਰ ਸਮੇਤ ਕੀਤੀ ਖੁਦਕੁਸ਼ੀ। ਦੋਸਤੋ, ਇਹ ਖਬਰਾਂ ਨੇ ਜਿਨ੍ਹਾਂ ਦੇ ਉੱਤੇ ਅੱਜ ਤੁਹਾਡੇ ਨਾਲ ਤਫਸੀਲ ਦੇ ਨਾਲ, ਵਿਸਥਾਰ ਦੇ ਨਾਲ ਗੱਲਬਾਤ ਕੀਤੀ ਜਾਏਗੀ। ਇਹਦੇ ਤੋਂ ਪਹਿਲਾਂ ਕਿ ਗੱਲਬਾਤ ਕਰੀਏ, ਤੁਹਾਨੂੰ ਬੇਨਤੀ ਹੈ ਕਿ ਜੇਕਰ ਤੁਸੀਂ ਹਾਲੇ ਤੱਕ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ, ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜ਼ਰੂਰ ਔਨ ਕਰ ਲੈਣੀ, ਤਾਂ ਕਿ ਰੋਜ਼ਾਨਾ ਦੇ ਲਾਈਵ ਪ੍ਰੋਗਰਾਮ ਦਾ ਅਤੇ ਨਵੇਂ ਪ੍ਰੋਗਰਾਮ ਅਪਲੋਡ ਕੀਤੇ ਦਾ ਤੁਹਾਨੂੰ ਪਤਾ ਲੱਗਦਾ ਸਕੇ। ਇਸ ਦੇ ਨਾਲ ਹੀ ਤੁਹਾਡਾ ਦਿਲੋਂ ਧੰਨਵਾਦ ਹੋਵੇਗਾ। ਤੇ ਆਓ ਅੱਜ ਦੀਆਂ ਖਬਰਾਂ ਨੂੰ ਹੁਣ ਵਿਸਥਾਰ ਸਹਿਤ ਵਿਚਾਰੀਏ। ਬੀਤੇ ਵਰੇ 3 ਨਵੰਬਰ ਨੂੰ ਅਮਰੀਕਾ ਦੇ ਵਿੱਚ ਰਾਸ਼ਟਰਪਤੀ ਅਹੁਦੇ ਦੀ ਚੋਣ ਹੋਈ ਸੀ। ਉਹਦੇ ਤੋਂ ਬਾਅਦ ਕਈ ਅਦਾਲਤਾਂ ਦੇ ਵਿੱਚ ਰਾਸ਼ਟਰਪਤੀ ਟਰੰਪ ਨੇ ਪਟੀਸ਼ਨਾਂ ਪਾ ਕੇ ਦੇਖ ਲਈਆਂ, ਲਗਭਗ ਮੁੱਦੇ ਮੁੱਢ ਗਈਆਂ ਸਾਰੀਆਂ ਪਟੀਸ਼ਨਾਂ, ਪਰ ਹਾਲੇ ਵੀ ਆਪਣੀ ਜਿੱਦ ਦੇ ਉੱਤੇ ਅੜੇ ਹੋਏ ਨੇ। ਟਰੰਪ ਦਾ ਕਹਿਣਾ ਹੈ ਕਿ ਉਹ ਰਾਸ਼ਟਰਪਤੀ ਅਹੁਦੇ ਤੇ ਬਣੇ ਰਹਿਣ ਦੇ ਵਾਸਤੇ ਆਪਣੀ ਲੜਾਈ ਸਦਾ ਲੜਦੇ ਰਹਿਣਗੇ। ਉਹਨਾਂ ਨੇ ਰਿਪਬਲਿਕਨ ਸੰਸਥਾ ਨੂੰ ਨਵੇਂ ਚੁਣੇ ਗਏ ਰਾਸ਼ਟਰਪਤੀ ਜੋ ਬਾਈਡਨ ਦੀ ਜਿੱਤ ਨੂੰ ਪਲਟਣ ਦੀ ਕੋਸ਼ਿਸ਼ ਕਰਦੇ ਰਹਿਣ ਲਈ ਵੀ ਕਿਹਾ। ਇਸੇ ਹਫ਼ਤੇ ਸੰਸਦ ਦੀ ਬੈਠਕ ਹੈ ਜਿਸ ਵਿੱਚ ਇਲੈਕਟੋਰਲ ਕਾਲਜ ਵੋਟ ਦੇ ਨਤੀਜਿਆਂ ਦੀ ਪੁਸ਼ਟੀ ਕੀਤੀ ਜਾਣੀ ਹੈ। ਟਰੰਪ ਸਮਰਥਕਾਂ ਨੇ ਬੀਤੇ ਸੋਮਵਾਰ ਨੂੰ ਜਾਰਜੀਆ ਦੇ ਵਿੱਚ ਇੱਕ ਰੈਲੀ ਵੀ ਕੱਢੀ ਸੀ। ਟਰੰਪ ਨੇ ਸਮਰਥਕਾਂ ਦਾ ਉਤਸ਼ਾਹ ਵਧਾਉਂਦੇ ਹੋਏ ਕਿਹਾ ਕਿ ਨਵੇਂ ਚੁਣੇ ਗਏ ਰਾਸ਼ਟਰਪਤੀ ਜੋ ਬਾਈਡਨ ਵਾਈਟ ਹਾਊਸ ਪਹੁੰਚਣ ਵਾਲੇ ਨਹੀਂ ਨੇ। ਟਰੰਪ ਨੇ ਕਿਹਾ ਕਿ ਉਹਨਾਂ ਦੀ ਯਾਤਰਾ ਦਾ ਉਦੇਸ਼ ਸੰਸਦ ਦੀ ਬੈਠਕ ਤੋਂ ਪਹਿਲਾਂ ਰਿਪਬਲਿਕਨ ਸੰਸਦਾਂ ਦਾ ਉਤਸ਼ਾਹ ਵਧਾਉਣਾ ਹੈ, ਪਰ ਆਪਣੇ ਸੰਬੋਧਨ ਵਿੱਚ ਜ਼ਿਆਦਾਤਰ ਸਮਾਂ ਉਹਨਾਂ ਨੇ ਚੋਣਾਂ ਤੇ ਹੀ ਗੱਲਬਾਤ ਕੀਤੀ, ਚੋਣਾਂ ਦੀ ਚਰਚਾ ਕੀਤੀ ਅਤੇ ਕਿਹਾ ਕਿ ਜਿੱਤ ਸਾਡੀ ਹੋਈ ਹੈ। ਇਸ ਤੋਂ ਪਹਿਲਾਂ ਟਰੰਪ ਨੇ ਵਾਸ਼ਿੰਗਟਨ ਵਿੱਚ ਰਿਪਬਲਿਕਨ ਸੰਸਥਾ ਨੂੰ ਜ਼ੋਰ ਦਿੱਤਾ ਕਿ ਉਹ ਬੁੱਧਵਾਰ ਨੂੰ ਹੋਣ ਵਾਲੇ ਸੰਸਦ ਦੇ ਸੰਯੁਕਤ ਸੈਸ਼ਨ ਦੇ ਵਿੱਚ ਰਸਮੀ ਤੌਰ ਤੇ ਆਪਣਾ ਵਿਰੋਧ ਦਰਜ ਕਰਵਾਉਣ। ਸੰਸਦ ਦੇ ਸੈਸ਼ਨ ਵਿੱਚ ਜੋ ਬਾਈਡਨ ਦੀ ਜਿੱਤ ਦੀ ਪੁਸ਼ਟੀ ਕੀਤੀ ਜਾਣੀ ਹੈ। ਭਾਵੇਂ ਕਿ ਰਾਸ਼ਟਰਪਤੀ ਟਰੰਪ ਦੇ ਇਸ ਰਵੱਈਏ ਤੇ ਬਹੁਤ ਸਾਰੇ ਲੋਕ ਵਿਰੋਧ ਪ੍ਰਗਟਾ ਚੁੱਕੇ ਨੇ। ਅਮਰੀਕਾ ਦੇ 10 ਜਿਉਂਦੇ ਜਿਹੜੇ ਇਸ ਵਕਤ ਸਾਬਕਾ ਰੱਖਿਆ ਮੰਤਰੀ ਨੇ, ਉਹਨਾਂ ਨੇ ਇੱਕ ਲੇਖ ਦੇ ਵਿੱਚ ਲਿਖਿਆ ਕਿ ਨਤੀਜਿਆਂ ਤੇ ਸਵਾਲ ਖੜਾ ਕਰਨ ਦਾ ਸਮਾਂ ਹੁਣ ਖਤਮ ਹੋ ਚੁੱਕਿਆ ਹੈ। ਪਰ ਰਾਸ਼ਟਰਪਤੀ ਟਰੰਪ ਹਾਲੇ ਵੀ ਆਪਣੀ ਜਿੱਦ ਤੇ ਅੜੇ ਹੋਏ ਨੇ। ਹੁਣ ਕੱਲ੍ਹ ਬੁੱਧਵਾਰ ਨੂੰ ਸੰਸਦ ਦੇ ਵਿੱਚ ਜਿਹੜਾ ਪਹਿਲਾ ਸੰਯੁਕਤ ਸੈਸ਼ਨ ਹੈ, ਉਹਦੇ ਵਿੱਚ ਕਹਿੰਦੇ ਇਹ ਦਿਨ ਸਾਡਾ ਹੋਵੇਗਾ। ਉਧਰ ਅਮਰੀਕਾ ਵਿੱਚ ਇਸ ਗੱਲ ਦੀਆਂ ਵੀ ਅਟਕਲਾਂ ਤੇਜ਼ ਹੋ ਗਈਆਂ ਨੇ ਕਿ 20 ਜਨਵਰੀ ਨੂੰ ਨਵੇਂ ਚੁਣੇ ਗਏ ਰਾਸ਼ਟਰਪਤੀ ਬਾਈਡਨ ਨੇ ਰਾਸ਼ਟਰਪਤੀ ਅਹੁਦੇ ਦੀ ਸਹੁੰ ਚੁੱਕਣੀ ਅਤੇ ਸਹੁੰ ਚੁੱਕਣ ਤੋਂ ਪਹਿਲਾਂ ਰਾਸ਼ਟਰਪਤੀ ਟਰੰਪ ਅਮਰੀਕਾ ਛੱਡ ਕੇ ਜਾ ਸਕਦੇ ਹੈ। ਜਾਣਕਾਰੀ ਮੁਤਾਬਕ ਟਰੰਪ ਸਕਾਟਲੈਂਡ ਜਾਣ ਦੀ ਯੋਜਨਾ ਦੇ ਉੱਤੇ ਇਸ ਵਕਤ ਵਿਚਾਰ ਵਟਾਂਦਰਾ ਕਰ ਰਿਹਾ ਹੈ। ਜੇ ਸੱਚਮੁੱਚ ਇੰਜ ਹੋਇਆ ਤਾਂ ਅਮਰੀਕਾ ਦੇ ਵਾਸਤੇ ਬਹੁਤ ਵੱਡਾ ਇੱਕ ਝਟਕਾ ਹੋਵੇਗਾ, ਕਿਉਂਕਿ ਇਹ ਪਹਿਲਾਂ ਵੀ ਖਬਰਾਂ ਆਉਂਦੀਆਂ ਰਹੀਆਂ ਨੇ ਕਿ ਜੇਕਰ ਰਾਸ਼ਟਰਪਤੀ ਟਰੰਪ ਚੋਣ ਹਾਰ ਜਾਂਦੇ ਨੇ ਤਾਂ ਅਮਰੀਕਾ ਹੀ ਛੱਡ ਜਾਣਗੇ। ਤੇ ਆਹ ਖਬਰਾਂ ਲਗਾਤਾਰ ਗਰਮ ਹੁੰਦੀਆਂ ਜਾ ਰਹੀਆਂ ਨੇ, ਬਾਜ਼ਾਰ ਗਰਮ ਹੁੰਦਾ ਜਾ ਰਿਹਾ ਹੈ ਕਿ ਉਮੀਦ ਕੀਤੀ ਜਾ ਰਹੀ ਹੈ ਕਿ ਜੇਕਰ ਉਹਨਾਂ ਦਾ ਕਿਤੇ ਅੱਡੀ ਜਾਂ ਪੰਜਾ ਨਾ ਫਸਿਆ, ਕਿਉਂਕਿ ਇਹ ਤਾਂ ਗੱਲ ਸਾਫ਼ ਹੈ ਹੁਣ ਉਹ ਜੋ ਮਰਜ਼ੀ ਕਰ ਲੈਣ, 20 ਜਨਵਰੀ ਤੋਂ ਬਾਅਦ ਉਹ ਰਾਸ਼ਟਰਪਤੀ ਰਹਿਣ ਵਾਲੇ ਨਹੀਂ। ਹੁਣ ਦੇਖਣਾ ਇਹ ਹੋਵੇਗਾ ਕਿ ਜਿਹੜੀਆਂ ਖਬਰਾਂ ਚੱਲ ਰਹੀਆਂ ਨੇ ਕਿ ਉਹ ਸਕਾਟਲੈਂਡ ਚਲੇ ਜਾਣਗੇ, ਅਮਰੀਕਾ ਛੱਡ ਦੇਣਗੇ, ਇਹ ਖਬਰਾਂ ਕਿੰਨੀਆਂ ਕੁ ਸਹੀ ਹੁੰਦੀਆਂ ਨੇ। ਇਹ 20 ਤਰੀਕ ਤੋਂ ਬਾਅਦ ਤੁਹਾਡੇ ਨਾਲ ਜਾਣਕਾਰੀ ਫਿਰ ਸਾਂਝੀ ਕਰਾਂਗੇ। ਪਰ ਅਮਰੀਕਾ ਦੇ ਵਿੱਚ ਲੋਕਤੰਤਰ ਦੀ ਕਿਰਕਰੀ ਕਰਵਾਉਣ ਦੇ ਵਿੱਚ ਹਮੇਸ਼ਾ ਜਿਹੜਾ ਨਾਮ ਦਰਜ ਰਹਿਣਾ ਉਹ ਰਾਸ਼ਟਰਪਤੀ ਟਰੰਪ ਦਾ ਰਹਿਣਾ ਹੀ ਰਹਿਣਾ ਹੈ, ਕਿਉਂਕਿ ਪਿਛਲੀ ਚੋਣ ਤੋਂ ਪਹਿਲਾਂ ਇਹ ਅਕਸਰ ਕਹਿੰਦੇ ਰਹਿੰਦੇ ਕਿ ਅਮਰੀਕਾ ਦੇ ਵਿੱਚ ਜਦੋਂ ਚੋਣ ਹੁੰਦੀ ਹੈ ਤੇ ਚੋਣ ਦੇ ਵਿੱਚ ਧਾਂਦਲੀਆਂ ਹੁੰਦੀਆਂ ਨੇ, ਜਦੋਂ ਚੋਣ ਜਿੱਤ ਗਏ ਤੇ ਫਿਰ ਬੋਲੇ ਨਹੀਂ। ਆਹ ਜਿਹੜੀ ਚੋਣ ਬੀਤੇ ਵਰੇ 3 ਨਵੰਬਰ ਨੂੰ ਹੋਈ ਸੀ, ਉਹਦੇ ਤੋਂ ਪਹਿਲਾਂ ਇਹ ਫਿਰ ਇਹੀ ਰਾਗ ਅਲਾਪਣ ਲੱਗ ਪਏ ਸਨ
4 ਵਾਰੇ ਰਾਸ਼ਟਰਪਤੀ ਵੀ ਰਹੇ ਹੈ। ਜੇ ਲੱਗਦਾ ਸੀ ਕੋਈ ਲੂਪ ਹੋਲ ਨੇ, ਜੇ ਲੱਗਦਾ ਸੀ ਕਿਤੇ ਕੋਈ ਸਮੱਸਿਆਵਾਂ ਨੇ, ਕਮੀਆਂ ਕਮਜ਼ੋਰੀਆਂ ਨੇ, ਤੇ ਉਹਨਾਂ ਨੂੰ ਦੂਰ ਟਰੰਪ ਪ੍ਰਸ਼ਾਸਨ ਨੇ ਖੁਦ ਕਰਨਾ ਸੀ। 4 ਸਾਲ ਚੁੱਪ ਵੱਟਣੀ, ਪਹਿਲੀ ਚੋਣ ਤੋਂ ਪਹਿਲਾਂ ਤੇ ਆਹ ਚੋਣ ਹਾਰਨ ਤੋਂ ਵੀ ਪਹਿਲਾਂ ਇਸੇ ਤਰ੍ਹਾਂ ਦੀਆਂ ਗੱਲਾਂ ਬਾਤਾਂ ਕਰਨੀਆਂ ਤੇ ਹਾਲੇ ਤੱਕ ਉਸੇ ਜਿੱਦ ਤੇ ਰਹਿਣਾ, ਇਹ ਹਰਕਤਾਂ ਬਚਕਾਨਾ ਨੇ। ਦੁਨੀਆ ਭਰ ਦੇ ਵਿੱਚ ਮਜ਼ਾਕ ਦਾ ਪਾਤਰ ਖੁਦ ਬਣ ਰਹੇ ਨੇ ਰਾਸ਼ਟਰਪਤੀ ਟਰੰਪ। ਤੇ ਅਗਲੀ ਖਬਰ ਕੈਨੇਡਾ ਦੀ ਹੈ। ਕੈਨੇਡਾ ਕਾਫੀ ਸਖਤੀ ਦੇ ਰੌਹ ਵਿੱਚ ਹੈ। ਤੁਹਾਨੂੰ ਯਾਦ ਹੋਣਾ ਹੈ ਕਿ ਕੈਨੇਡਾ ਨੇ ਇੰਨੀ ਸਖਤੀ ਕੀਤੀ ਹੈ, ਕਈ ਵਾਰੀ ਟਰੰਪ ਪ੍ਰਸ਼ਾਸਨ ਭਾਵ ਅਮਰੀਕਾ ਸਰਕਾਰ ਆਖ ਚੁੱਕੀ ਹੈ ਕਿ ਆਪਾਂ ਆਪਣੀ ਸਰਹੱਦ ਖੋਲ੍ਹ ਲਈਏ, ਕਿਉਂਕਿ ਵੱਡਾ ਵਪਾਰ ਕੈਨੇਡਾ ਤੇ ਅਮਰੀਕਾ ਦਾ ਆਪਸ ਦੇ ਵਿੱਚ ਹੈ। ਪਰ ਅਮਰੀਕਾ ਦੇ ਵਿੱਚ ਕੋਵਿਡ-19 ਦਾ ਪ੍ਰਕੋਪ ਬਹੁਤ ਜ਼ਿਆਦਾ ਸੀ। ਅਮਰੀਕਾ ਸਰਕਾਰ ਦੇ ਦਬਾਅ ਦੇ ਅੱਗੇ ਕੈਨੇਡਾ ਨਹੀਂ ਝੁਕਿਆ, ਪਰ ਬਹੁਤ ਸਾਰੇ ਲੋਕਾਂ ਨੂੰ ਲੱਗਦਾ ਸੀ ਕਿ ਸ਼ਾਇਦ ਅਮਰੀਕਾ ਦੇ ਕਹਿਣ ਦੇ ਉੱਤੇ ਕੈਨੇਡਾ ਮੰਨ ਜਾਏਗਾ, ਪਰ ਨਹੀਂ ਮੰਨਿਆ। ਤੇ ਹੁਣ ਇਹ ਜਿਹੜਾ ਕਰੋਨਾ ਵਾਇਰਸ ਦਾ ਨਵਾਂ ਸਟ੍ਰੇਨ ਮਿਲਿਆ, ਇਹਦੇ ਤੋਂ ਬਾਅਦ ਕੈਨੇਡਾ ਦੇ ਵਿੱਚ ਕੌਮਾਂਤਰੀ ਹਵਾਈ ਯਾਤਰੀਆਂ ਦੇ ਉੱਤੇ ਹੁਣ ਜ਼ਿਆਦਾ ਨਜ਼ਰ ਰੱਖੀ ਜਾ ਰਹੀ ਹੈ। ਤੇ ਹੁਣ ਜਿਹੜੇ ਵੀ ਵਿਅਕਤੀ ਨੇ ਕੈਨੇਡਾ ਆਉਣਾ ਹੋਵੇਗਾ, ਹਰੇਕ ਵਿਅਕਤੀ ਨੂੰ ਕਰੋਨਾ ਟੈਸਟ ਦੀ ਨੈਗੇਟਿਵ ਰਿਪੋਰਟ ਲੈ ਕੇ ਆਉਣ ਤੋਂ ਬਾਅਦ ਹੀ ਕੈਨੇਡਾ ਵਿੱਚ ਦਾਖਲਾ ਮਿਲੇਗਾ। ਏਅਰਲਾਈਨਸ ਤੇ ਯਾਤਰੀ ਇਸ ਸਮੇਂ ਕਈ ਸਵਾਲ ਪੁੱਛ ਰਹੇ ਨੇ, ਕਿਉਂਕਿ ਲੋਕਾਂ ਦਾ ਕਹਿਣਾ ਹੈ ਕਿ ਇਹ ਫੈਸਲਾ ਬੜਾ ਗੁੰਝਲਦਾਰ ਹੈ। ਕਿਸੇ ਵਿਅਕਤੀ ਨੇ ਕਿਹੜੀ ਲੈਬ ਤੋਂ ਟੈਸਟ ਕਰਵਾਇਆ ਹੈ, ਕੀ ਇਹ ਸਹੀ ਵੀ ਹੈ ਜਾਂ ਇਹ ਰਿਪੋਰਟ ਨਕਲੀ ਹੈ, ਇਸ ਸੰਬੰਧੀ ਬਹੁਤ ਸਾਰੇ ਹਰ ਇੱਕ ਯਾਤਰੂ ਦੇ ਸਵਾਲ ਨੇ, ਜੋ ਏਅਰਲਾਈਨਸ ਅਧਿਕਾਰੀਆਂ ਲਈ ਵੀ ਇਸ ਵਕਤ ਸਿਰਦਰਦੀ ਅਤੇ ਵੱਡੀ ਚੁਣੌਤੀ ਬਣੇ ਹੋਏ ਨੇ। ਕੈਨੇਡਾ ਦੇ ਆਵਾਜਾਈ ਮੰਤਰੀ ਨੇ ਬੀਤੇ ਵੀਰਵਾਰ ਨੂੰ ਐਲਾਨ ਕੀਤਾ ਸੀ ਕਿ ਹੁਣ ਵਿਦੇਸ਼ ਤੋਂ ਆਉਣ ਵਾਲੇ ਹਰ ਵਿਅਕਤੀ ਨੂੰ ਆਪਣੇ ਨਾਲ PCR ਦੀ ਰਿਪੋਰਟ ਲੈ ਕੇ ਆਉਣੀ ਪਵੇਗੀ ਅਤੇ ਇਹ ਰਿਪੋਰਟ ਨੈਗੇਟਿਵ ਲਿਆਉਣ ਵਾਲਾ ਵਿਅਕਤੀ ਹੀ ਕੈਨੇਡਾ ਦੇ ਵਿੱਚ ਦਾਖਲ ਹੋ ਸਕੇਗਾ। ਜੇਕਰ ਕੋਈ ਵਿਅਕਤੀ ਬਿਨਾਂ ਰਿਪੋਰਟ ਤੋਂ ਆਵੇਗਾ, ਪਹਿਲਾਂ ਤਾਂ ਹੋ ਸਕਦਾ ਕਿ ਉਸ ਨੂੰ ਕੈਨੇਡਾ ਵਿੱਚ ਦਾਖਲ ਨਾ ਹੋਣ ਦਿੱਤਾ ਜਾਵੇ। ਜੇ ਦਾਖਲ ਹੋਣ ਦਿੱਤਾ ਗਿਆ ਤਾਂ ਉਸ ਨੂੰ 2 ਹਫ਼ਤੇ ਇਕਾਂਤਵਾਸ ਰਹਿਣ ਵਾਸਤੇ ਆਖਿਆ ਜਾਏਗਾ ਅਤੇ ਇਹਦੇ ਨਾਲ ਜੇਕਰ ਉਹਦੀ ਫਿਰ ਰਿਪੋਰਟ ਟੈਸਟ ਜਿਹੜੀ ਕੀਤੀ ਗਈ ਨੈਗੇਟਿਵ ਨਾ ਆਈ ਤਾਂ ਫਿਰ ਮੁਸ਼ਕਲ ਦਾ ਉਸ ਨੂੰ ਸਾਹਮਣਾ ਕਰਨਾ ਪੈ ਸਕਦਾ ਹੈ। ਦੱਸਣਾ ਬਣਦਾ ਕਿ ਜਿਹੜਾ PCR ਟੈਸਟ ਹੈ ਇਹ ਨੱਕ ਜਾਂ ਗਲੇ ਦੇ ਵਿੱਚੋਂ ਕੀਤਾ ਜਾਂਦਾ ਹੈ। ਏਅਰਲਾਈਨ ਅਧਿਕਾਰੀਆਂ ਨੂੰ ਵੀ ਇਹ ਚੰਗੀ ਤਰ੍ਹਾਂ ਜਾਂਚਣਾ ਪਵੇਗਾ ਕਿ ਰਿਪੋਰਟ ਅਸਲੀ ਹੈ ਜਾਂ ਨਕਲੀ ਹੈ। ਦੱਸਣਾ ਬਣਦਾ ਕਿ ਓਨਟੇਰੀਓ ਦੇ ਵਿੱਚ ਕਰੋਨਾ ਦੇ ਨਵੇਂ ਸਟ੍ਰੇਨ ਦੇ 6 ਮਾਮਲੇ ਆ ਚੁੱਕੇ ਆ, ਅਲਬਰਟਾ ਵਿੱਚ ਆ ਚੁੱਕਿਆ ਹੈ, BC ਵਿੱਚ ਆ ਚੁੱਕਿਆ, ਜਿਸ ਨੂੰ ਲੈ ਕੇ ਕੈਨੇਡਾ ਸਰਕਾਰ ਇਸ ਵਕਤ ਕਾਫੀ ਸਖਤ ਹੋ ਗਈ ਹੈ। ਜੇ ਤੁਸੀਂ ਕੈਨੇਡਾ ਆਉਣਾ ਤਾਂ ਸਾਵਧਾਨ ਹੋ ਜਾਵੋ, ਕਿਉਂਕਿ ਕੈਨੇਡਾ ਨੇ ਹੁਣ ਆਉਣ ਵਾਲੇ ਯਾਤਰੂਆਂ ਦੇ ਉੱਤੇ ਸਖਤੀ ਦੇ ਵਿੱਚ ਵਾਧਾ ਕਰ ਦਿੱਤਾ ਹੈ। ਅਗਲੀ ਖਬਰ ਭਾਰਤ ਅਤੇ ਬਰਤਾਨੀਆ ਦੇ ਨਾਲ ਜੁੜੀ ਹੋਈ ਹੈ, ਕਿਉਂਕਿ 26 ਜਨਵਰੀ ਭਾਰਤ ਦਾ ਬਹੁਤ ਵੱਡਾ ਦਿਹਾੜਾ ਹੁੰਦਾ ਹੈ, ਗਣਤੰਤਰ ਦਿਵਸ। ਉਸ ਦਿਨ ਭਾਰਤ ਆਪਣੀ ਸਮੁੱਚੀ ਸ਼ਕਤੀ ਝੋਕ ਦਿੰਦਾ ਉੱਥੇ, ਕਿਉਂਕਿ ਆਪਣੀ ਪਾਵਰ ਦਿਖਾਉਣੀ ਚਾਹੁੰਦਾ ਹੁੰਦਾ ਹੈ। ਤੇ ਹਰ ਸਾਲ 26 ਜਨਵਰੀ ਦੀ ਪਰੇਡ ਤੇ ਕੋਈ ਨਾ ਕੋਈ ਕਿਸੇ ਮੁਲਕ ਦਾ ਰਾਸ਼ਟਰਪਤੀ ਜਾਂ ਪ੍ਰਧਾਨ ਮੰਤਰੀ ਮੁੱਖ ਮਹਿਮਾਨ ਦੇ ਤੌਰ ਤੇ ਪਰੇਡ ਵਿੱਚ ਸ਼ਿਰਕਤ ਕਰਦਾ ਹੈ। ਤੇ ਇਸ ਵਾਰ ਭਾਰਤ ਨੇ ਬਰਤਾਨਵੀ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਨੂੰ ਆਪਣਾ ਮੁੱਖ ਮਹਿਮਾਨ ਦੇ ਤੌਰ ਤੇ ਸੱਦਾ ਪੱਤਰ ਭੇਜਿਆ ਸੀ, ਪਰ ਉਹਨਾਂ ਨੇ ਇਹ ਆਪਣਾ ਦੌਰਾ ਰੱਦ ਕਰ ਦਿੱਤਾ ਹੈ, ਕਿਉਂਕਿ ਉਹਨਾਂ ਨੇ ਮੁੱਖ ਮਹਿਮਾਨ ਦੇ ਤੌਰ ਤੇ ਇਸ ਪਰੇਡ ਦੇ ਵਿੱਚ ਸ਼ਿਰਕਤ ਕਰਨੀ ਸੀ। ਬਰਤਾਨੀਆ ਦੇ ਵਿੱਚ ਦਰਅਸਲ ਨਵਾਂ ਕਰੋਨਾ ਸਟ੍ਰੇਨ ਕਾਫੀ ਵੱਧ ਰਿਹਾ ਹੈ, ਮਾਮਲਿਆਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ, ਜਿਸ ਦੇ ਮੱਦੇਨਜ਼ਰ ਤਾਜ਼ਾ ਲੋਕਡਾਊਨ ਵੀ ਕਰਨ ਦੀਆਂ ਖਬਰਾਂ ਨੇ। ਤੇ ਬਰਤਾਨਵੀ ਪ੍ਰਧਾਨ ਮੰਤਰੀ ਨੇ ਭਾਰਤੀ ਯਾਤਰਾ ਆਪਣੀ ਰੱਦ ਕਰ ਦਿੱਤੀ ਹੈ। ਉਹਨਾਂ ਨੇ 26 ਜਨਵਰੀ ਨੂੰ ਗਣਤੰਤਰ ਦਿਵਸ ਸਮਾਗਮ ਦੇ ਵਿੱਚ ਮੁੱਖ ਮਹਿਮਾਨ ਦੇ ਵਿੱਚ ਸ਼ਾਮਲ ਹੋਣ ਵਾਸਤੇ ਸੱਦਾ ਪ੍ਰਵਾਨ ਕੀਤਾ ਹੋਇਆ ਸੀ। ਡਾਊਨਿੰਗ ਸਟਰੀਟ ਦੇ ਇੱਕ ਬੁਲਾਰੇ ਨੇ ਕਿਹਾ ਕਿ ਪ੍ਰਧਾਨ ਮੰਤਰੀ ਜੌਨਸਨ ਨੇ ਅੱਜ ਸਵੇਰ ਵਕਤ ਪ੍ਰਧਾਨ ਮੰਤਰੀ ਮੋਦੀ ਨਾਲ ਇਸ ਗੱਲ ਦਾ ਅਫਸੋਸ ਪ੍ਰਗਟ ਕਰਦੇ ਹੋਏ ਕਿਹਾ ਕਿ ਉਹ ਯੋਜਨਾ ਦੇ ਅਨੁਸਾਰ ਇਸ ਮਹੀਨੇ ਦੇ ਅਖੀਰ ਵਿੱਚ ਭਾਵ 26 ਜਨਵਰੀ ਨੂੰ ਭਾਰਤ ਨਹੀਂ ਆ ਸਕਣਗੇ। ਜੌਨਸਨ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਕਿਹਾ ਕਿ ਬੀਤੀ ਰਾਤ ਲਈ ਕੌਮੀ ਤਾਲਾਬੰਦੀ ਅਤੇ ਤੇਜ਼ੀ ਨਾਲ ਫੈਲ ਰਹੇ ਨਵੇਂ ਸਟ੍ਰੇਨ ਦੇ ਮੱਦੇਨਜ਼ਰ ਉਹਨਾਂ ਦਾ ਬਰਤਾਨੀਆ ਵਿੱਚ ਮੌਜੂਦ ਰਹਿਣਾ ਮਹੱਤਵਪੂਰਨ ਹੈ, ਤਾਂ ਜੋ ਹਾਲਾਤ ਤੇ ਨੇੜਿਓਂ ਨਜ਼ਰ ਰੱਖੀ ਜਾ ਸਕੇ। ਦੱਸਣਾ ਬਣਦਾ ਕਿ ਬਰਤਾਨੀਆ ਦੇ ਵਿੱਚ ਇਸ ਸਮੇਂ ਕਰੋਨਾ ਦਾ ਨਵਾਂ ਸਟ੍ਰੇਨ ਫੈਲ ਰਿਹਾ ਹੈ, ਜਿਸ ਕਾਰਨ ਉੱਥੇ ਲੋਕਡਾਊਨ ਕਰ ਦਿੱਤਾ ਗਿਆ ਹੈ। ਲੋਕਡਾਊਨ ਦਾ ਐਲਾਨ ਕਰਦੇ ਹੋਏ ਪ੍ਰਧਾਨ ਮੰਤਰੀ ਜੌਨਸਨ ਨੇ ਕਿਹਾ ਕਿ ਕਰੋਨਾ ਕਾਰਨ ਫਰਵਰੀ ਦੇ ਅੱਧ ਤੱਕ ਲੋਕਡਾਊਨ ਲਾਗੂ ਰੱਖਿਆ ਜਾ ਸਕਦਾ ਹੈ। ਉਹਨਾਂ ਕਿਹਾ ਕਿ ਇਸ ਮੁਸ਼ਕਲ ਦੀ ਘੜੀ ਦੇ ਵਿੱਚ ਉਹ ਬਾਹਰ ਦੀ ਕੋਈ ਯਾਤਰਾ ਕਰਨੀ ਨਹੀਂ ਚਾਹੁੰਦੇ, ਭਾਵੇਂ ਉਹ ਇਹ ਆਖ ਰਹੇ ਨੇ, ਪਰ ਇਹ ਵੀ ਗੱਲ ਮੰਨਣੀ ਪਊ ਕਿ ਉਹਨਾਂ ਦੇ ਉੱਤੇ ਸਮੁੱਚੀ ਦੁਨੀਆ ਦੇ ਵਿੱਚ ਜਿਹੜੀ ਇਸ ਵਕਤ ਭਾਰਤ ਦੀ ਕਿਰਕਰੀ ਹੋ ਰਹੀ ਹੈ, ਸਮੁੱਚੀ ਦੁਨੀਆ ਦੇ ਵਿੱਚ ਭਾਰਤੀ ਸਫਾਰਤਖਾਨਿਆਂ ਦੇ ਬਾਹਰ ਲੋਕਾਂ ਨੇ ਦਬਾਅ ਬਣਾਇਆ ਹੋਇਆ ਹੈ।
ਬਰਤਾਨੀਆ ਦੇ ਬਹੁਤ ਸਾਰੇ ਸੰਸਦ ਮੈਂਬਰ ਉਹਨਾਂ ਤੇ ਦਬਾਅ ਬਣਾ ਰਹੇ ਸਨ। ਕਿਤੇ ਨਾ ਕਿਤੇ ਇਹ ਗੱਲ ਵੀ ਨਾਲ ਜ਼ਰੂਰ ਹੋਣੀ ਹੈ, ਪਰ ਉਹਨਾਂ ਨੂੰ ਬਹਾਨਾ ਨਾਲ ਜ਼ਰੂਰ ਲੱਭਿਆ। ਤੇ ਦੂਸਰੇ ਪਾਸੇ ਇਸੇ ਦੌਰੇ ਨੂੰ ਰੱਦ ਹੋਣ ਤੋਂ ਬਾਅਦ ਸੁਖਬੀਰ ਬਾਦਲ ਹੋਰਾਂ ਨੇ ਵੀ ਚੁਟਕੀ ਲਈ ਹੈ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਸੁਖਬੀਰ ਸਿੰਘ ਬਾਦਲ, ਉਹਨਾਂ ਕਿਹਾ ਕਿ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਦੇ ਵੱਲੋਂ ਕਿਸਾਨ ਸੰਘਰਸ਼ ਨਾਲ ਸਹੀ ਤਰੀਕੇ ਨਾਲ ਨਜਿੱਠਿਆ ਨਹੀਂ ਗਿਆ, ਜਿਸ ਦੇ ਕਾਰਨ ਬਰਤਾਨਵੀ ਪ੍ਰਧਾਨ ਮੰਤਰੀ ਨੇ ਗਣਤੰਤਰ ਦਿਵਸ ਦੇ ਸਮਾਗਮ ਦੇ ਵਿੱਚ ਜਿਹੜਾ ਆਉਣਾ ਸੀ, ਸੱਦਾ ਕਬੂਲਿਆ ਹੋਇਆ ਸੀ, ਉਹ ਰੱਦ ਕਰ ਦਿੱਤਾ। ਚੰਡੀਗੜ੍ਹ ਦੇ ਵਿੱਚ ਉਹਨਾਂ ਨੇ ਇੱਕ ਬਿਆਨ ਜਾਰੀ ਕੀਤਾ ਜਿਸ ਦੇ ਵਿੱਚ ਸੁਖਬੀਰ ਨੇ ਕਿਹਾ ਕਿ ਭਾਵੇਂ ਬਰਤਾਨਵੀ ਪ੍ਰਧਾਨ ਮੰਤਰੀ ਨੇ ਕੋਵਿਡ-19 ਨੂੰ, ਇਸ ਮਹਾਮਾਰੀ ਨੂੰ ਆਪਣੇ ਦੌਰੇ ਰੱਦ ਦਾ ਕਾਰਨ ਦੱਸਿਆ, ਪਰ ਸਪਸ਼ਟ ਇਹ ਹੈ ਕਿ ਉਹ ਵਿਦੇਸ਼ਾਂ ਦੇ ਵਿੱਚ ਵਸਦੇ ਸੰਸਦ ਮੈਂਬਰਾਂ ਸਮੇਤ ਪੰਜਾਬੀਆਂ ਵੱਲੋਂ ਬਣਾਏ ਜਾ ਰਹੇ ਦਬਾਅ ਦੇ ਅੱਗੇ ਝੁਕਿਆ ਅਤੇ ਇਸ ਨੇ ਸਪਸ਼ਟ ਸੰਕੇਤ ਦਿੱਤਾ ਹੈ ਕਿ ਬਰਤਾਨੀਆ ਲੋਕਤੰਤਰੀ ਅਤੇ ਸ਼ਾਂਤੀਪੂਰਨ ਤਰੀਕੇ ਨਾਲ ਕੀਤੇ ਜਾ ਰਹੇ ਸੰਘਰਸ਼ ਨਾਲ ਧੱਕੇਸ਼ਾਹੀ ਦੇ ਬਿਲਕੁਲ ਖਿਲਾਫ ਖੜ ਗਏ। ਉਹਨਾਂ ਕਿਹਾ ਕਿ ਬਰਤਾਨਵੀ ਪ੍ਰਧਾਨ ਮੰਤਰੀ ਦਾ ਇਸ ਗੱਲੋਂ ਧੰਨਵਾਦ ਕੀਤਾ ਜਾਣਾ ਚਾਹੀਦਾ ਹੈ ਕਿ ਉਹਨਾਂ ਨੇ ਭਾਰਤ ਦੇ ਕਿਸਾਨਾਂ ਦੀ ਆਵਾਜ਼ ਸੁਣੀ ਹੈ ਅਤੇ ਉਹਨਾਂ ਨਾਲ ਇਕਜੁੱਟਤਾ ਪ੍ਰਗਟ ਕਰਦਿਆਂ ਭਾਰਤ ਦੇ ਗਣਤੰਤਰ ਦਿਵਸ ਸਮਾਗਮ ਦੇ ਵਿੱਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨ ਤੋਂ, ਸ਼ਾਮਲ ਹੋਣ ਤੋਂ ਜਵਾਬ ਦੇ ਦਿੱਤਾ ਹੈ। ਉਹਨਾਂ ਕਿਹਾ ਕਿ ਬੋਰਿਸ ਜੌਨਸਨ ਨੇ ਵਿਸ਼ਵ ਭਾਈਚਾਰੇ ਨੂੰ ਇਹ ਸੰਦੇਸ਼ ਦਿੱਤਾ ਹੈ ਕਿ ਕਿਵੇਂ ਭਾਰਤ ਵਿੱਚ ਕਿਸਾਨਾਂ ਦੇ ਨਾਲ ਇਸ ਵਕਤ ਬਦਸਲੂਕੀ ਹੋ ਰਹੀ ਹੈ ਅਤੇ ਉਹ ਸਪਸ਼ਟ ਸੰਦੇਸ਼ ਦੇਣਾ ਚਾਹੁੰਦਾ ਹੈ ਕਿ ਹਰ ਕਿਸੇ ਦਾ ਮੌਲਿਕ ਅਧਿਕਾਰ ਹੈ ਕਿ ਉਹ ਸ਼ਾਂਤੀਪੂਰਨ ਤਰੀਕੇ ਨਾਲ ਨਿਆਂ ਹਾਸਲ ਕਰਨ ਦੇ ਵਾਸਤੇ, ਆਪਣੇ ਹੱਕਾਂ ਦੇ ਵਾਸਤੇ ਰੋਸ ਪ੍ਰਗਟਾ ਸਕਦੇ ਹੈ। ਸੁਖਬੀਰ ਹੋਰਾਂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਆਸ ਹੈ ਕਿ ਪ੍ਰਧਾਨ ਮੰਤਰੀ ਮੋਦੀ ਇਸ ਨਾਖੁਸ਼ੀ ਬਨਾਮ ਕਿਸਾਨ ਸੰਘਰਸ਼ ਨੂੰ ਉਸ ਸੰਜੀਦਗੀ ਨਾਲ ਨਜਿੱਠਣਗੇ ਜਿਸ ਦੀ ਤਵੱਕੋ ਕੀਤੀ ਜਾ ਰਹੀ ਸੀ। ਉਹਨਾਂ ਇਹ ਪ੍ਰਭਾਵ ਲੈਣਗੇ ਕਿ ਸਪਸ਼ਟ ਹੈ ਕਿ ਜੌਨਸਨ ਇਸ ਕਰਕੇ ਭਾਰਤੀ ਦੌਰੇ ਤੇ ਨਹੀਂ ਆਏ ਕਿਉਂਕਿ ਕੜਾਕੇ ਦੀ ਸਰਦੀ ਦੇ ਵਿੱਚ ਕਿਸਾਨਾਂ ਦੀਆਂ ਜਾਨਾਂ ਵੀ ਜਾ ਰਹੀਆਂ ਨੇ ਅਤੇ ਕਿਸਾਨ ਦਿੱਲੀ ਦੇ ਬਾਰਡਰਾਂ ਤੇ ਘੇਰਾ ਪਾਈ ਬੈਠੇ ਆ ਤੇ ਜੇਕਰ ਉਹਨਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਉਹਨਾਂ ਨੇ 26 ਜਨਵਰੀ ਨੂੰ ਟਰੈਕਟਰ ਮਾਰਚ ਕੱਢਣ ਦਾ ਐਲਾਨ ਕੀਤਾ। ਉਹਨਾਂ ਕਿਹਾ ਕਿ ਪ੍ਰਧਾਨ ਮੰਤਰੀ ਨੂੰ ਤੁਰੰਤ ਕਦਮ ਚੁੱਕ ਲੈਣੇ ਚਾਹੀਦੇ ਨੇ, ਹਾਲਾਤ ਕਾਬੂ ਵਿੱਚ ਲਿਆਉਣੇ ਚਾਹੀਦੇ ਹੈ ਤਾਂ ਜੋ ਹਾਲਾਤ ਬੇਕਾਬੂ ਨਾ ਹੋ ਸਕਣ, ਕਿਸਾਨਾਂ ਦੇ ਹਾਲਾਤ ਵੱਧ ਤੋਂ ਬਦਤਰ ਨਾ ਹੋ ਸਕਣ। ਉਹਨਾਂ ਕਿਹਾ ਕਿ ਕੇਂਦਰ ਸਰਕਾਰ ਨੂੰ ਇਹ ਤਿੰਨੇ ਖੇਤੀ ਕਾਨੂੰਨ ਰੱਦ ਕਰ ਦੇਣੇ ਚਾਹੀਦੇ ਹੈ। ਚਲੋ ਚੰਗਾ ਹੈ, ਹੁਣ ਇਹ ਵੀ ਆਖਣ ਲੱਗੇ ਨੇ, ਪਹਿਲਾਂ ਸਿਫਤਾਂ ਆਪ ਵੀ ਕਰਦੇ ਰਹੇ ਹੈ, ਹਰਸਿਮਰਤ ਕੌਰ ਬਾਦਲ ਵੀ ਕਰਦੀ ਰਹੀ ਹੈ, ਵੱਡੇ ਬਾਦਲ ਤੋਂ ਵੀ ਇਹਨਾਂ ਨੇ ਇੱਕ ਵੀਡੀਓ ਸੰਦੇਸ਼ ਜਾਰੀ ਕਰਵਾਇਆ ਸੀ ਕਿ ਇਹਨਾਂ ਕਾਨੂੰਨਾਂ ਵਰਗੇ ਕਾਨੂੰਨ ਕੋਈ ਨਹੀਂ। ਪਰ ਜਦੋਂ ਲੋਕਾਂ ਦਾ ਦੇਖਿਆ ਕਿ ਨਜ਼ਲਾ ਝੜ ਰਿਹਾ, ਲੋਕ ਲਗਾਤਾਰ ਵਿਰੋਧ ਕਰ ਰਹੇ ਨੇ, ਆਖਰਕਾਰ ਯੂ ਟਰਨ ਮਾਰੀ ਹੈ, ਕੋਈ ਗੱਲ ਨਹੀਂ, ਚਾਹੇ ਰਾਜਨੀਤੀ ਉਹ ਕੀਤੀ, ਘੱਟੋ ਘੱਟ ਸਟੈਂਡ ਤਾਂ ਲੈ ਲਿਆ, ਪਰ ਹੁਣ ਇਸ ਸਟੈਂਡ ਤੇ ਖੜੇ ਰਹਿਣ, ਕਿਤੇ ਫੇਰ ਇਹ ਨਾ ਹੋਵੇ ਕਿ ਗੰਗਾ ਗਿਆ ਗੰਗਾ ਦਾਸ, ਜਮਨਾ ਗਿਆ ਜਮਨਾ ਦਾਸ। ਸੋ ਅਗਲੀ ਗੱਲ, ਅਭੈ ਚੌਟਾਲਾ ਹਰਿਆਣੇ ਦੇ ਲੀਡਰ ਨੇ, ਉਹਨਾਂ ਨੇ ਐਲਾਨ ਕਰ ਦਿੱਤਾ ਕਿ ਮੈਂ ਕਿਸਾਨਾਂ ਦੇ ਹੱਕ ਵਿੱਚ ਡਟ ਕੇ ਹਾਂ। ਖੇਤੀ ਕਾਨੂੰਨਾਂ ਦੇ ਖਿਲਾਫ ਧਰਨੇ ਤੇ ਬੈਠੇ ਸੰਯੁਕਤ ਕਿਸਾਨ ਮੋਰਚੇ ਦੇ ਲੋਕਾਂ ਨੂੰ ਹਮਾਇਤ ਦੇਣ ਦੇ ਵਾਸਤੇ ਅਨੈਲੋ ਵਿਧਾਇਕ ਅਭੈ ਚੌਟਾਲਾ ਖੁਦ ਪਹੁੰਚੇ। ਉਹਨਾਂ ਕਿਹਾ ਜੇ ਕਿਸਾਨ ਜਥੇਬੰਦੀਆਂ ਨੇ ਕਿਹਾ ਤਾਂ ਉਹਨਾਂ ਦੀਆਂ ਮੰਗਾਂ ਤੇ ਹਮਾਇਤ ਵਾਸਤੇ ਉਹ ਆਪਣੇ ਵਿਧਾਇਕ ਦੇ ਅਹੁਦੇ ਤੋਂ ਅਸਤੀਫਾ ਵੀ ਦੇ ਦੇਣਗੇ। ਉਹਨਾਂ ਦੀ ਪਾਰਟੀ ਦਾ ਹਰ ਵਰਕਰ ਝੰਡੇ ਤੋਂ ਬਗੈਰ ਸਧਾਰਨ ਵਰਕਰ ਦੇ ਤੌਰ ਤੇ ਕਿਸਾਨਾਂ ਦੇ ਧਰਨਿਆਂ ਦੀ ਪੂਰੀ ਹਰਿਆਣਾ ਸੂਬੇ ਵਿੱਚ ਹਮਾਇਤ ਕਰੇਗਾ। ਉਹਨਾਂ ਕਿਹਾ ਕਿ ਉਹਨਾਂ ਦੇ ਵਰਕਰ 7 ਜਨਵਰੀ ਨੂੰ ਟਰੈਕਟਰਾਂ ਦੇ ਕਾਫਲੇ ਦੇ ਨਾਲ ਸਿੰਘੂ ਬਾਰਡਰ ਤੇ ਵੀ ਪਹੁੰਚਣਗੇ। ਹੁਣ ਪਤਾ ਲੱਗਿਆ ਸੀ ਕਿ ਕੁਝ ਇੱਕ ਪੰਜਾਬ ਦੇ ਵੀ ਵਿਧਾਇਕ ਨੇ ਜਿਹੜੇ ਨੰਗੇ ਪੈਰੀਂ ਤੁਰ ਕੇ ਪੈਦਲ ਮਾਰਚ ਕਰਕੇ ਸਿੰਘੂ ਬਾਰਡਰ ਤੇ ਪਹੁੰਚੇ ਤੇ ਲੋਕਾਂ ਨੇ ਸਵਾਗਤ ਵੀ ਕੀਤਾ। ਬਾਕੀਆਂ ਨੂੰ ਵੀ ਅਪੀਲ ਹੈ ਕਿ ਸਰਕਾਰ ਦੇ ਉੱਤੇ ਦਬਾਅ ਬਣਾਉਣ ਦੇ ਵਾਸਤੇ, ਜਿਸ ਤਰ੍ਹਾਂ ਅਭੈ ਚੌਟਾਲਾ ਨੇ ਕਿਹਾ ਤੇ ਉੱਥੇ ਗਏ ਵੀ ਹੈ ਔਰ ਆਪਣੇ ਕਿਸੇ ਝੰਡੇ ਨੂੰ ਪਾਰਟੀ ਦੇ ਨੂੰ ਲੈ ਕੇ ਗਏ। ਉਹ ਕਹਿੰਦੇ ਆਮ ਵਰਕਰ ਦੇ ਤੌਰ ਤੇ ਆਇਆ, ਮੈਂ ਅਸਤੀਫਾ ਦੇਣ ਵਾਸਤੇ ਵੀ ਤਿਆਰ ਹਾਂ। ਸੋ ਬਾਕੀ ਵੀ ਇਸ ਤਰ੍ਹਾਂ ਦੇ ਜਿਹੜੇ ਵਿਧਾਇਕ ਨੇ ਤੇ ਸੰਸਦ ਮੈਂਬਰ ਨੇ, ਉਹਨਾਂ ਨੂੰ ਵੀ ਇਸ ਤਰ੍ਹਾਂ ਦੇ ਕਦਮ ਚੁੱਕਣੇ ਪੈਣਗੇ ਤਾਂ ਕਿ ਇਸ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾ ਸਕੇ। ਤੇ ਸੰਘਰਸ਼ ਦਾ ਅਗਲਾ ਨਿਸ਼ਾਨਾ ਕੀ ਹੋਣਾ? ਭਾਰਤੀ ਕਿਸਾਨ ਯੂਨੀਅਨ ਦੇ ਕੌਮੀ ਬੁਲਾਰੇ ਨੇ ਰਾਕੇਸ਼ ਟਕੈਤ, ਉਹਨਾਂ ਨੇ ਕਿਹਾ ਕਿ ਦਿੱਲੀ ਤੋਂ ਬਾਅਦ ਅਗਲੀ ਵਾਰੀ ਹੁਣ ਚੰਡੀਗੜ੍ਹ ਦੀ ਹੈ। ਉਹ ਕਹਿੰਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ, ਹਰਿਆਣਾ ਦੇ ਮੁੱਖ ਮੰਤਰੀ ਨੇ, ਕਿਸਾਨਾਂ ਤੇ ਲਾਠੀ ਚਾਰਜ ਕਰਵਾ ਰਹੇ ਨੇ, ਉਹਨਾਂ ਤੇ ਪਰਚੇ ਦਰਜ ਕਰਵਾ ਰਹੇ ਨੇ ਜੋ ਕਹਿੰਦੇ ਕਿਸੇ ਵੀ ਹਾਲਤ ਦੇ ਵਿੱਚ ਬਰਦਾਸ਼ਤ ਨਹੀਂ ਕੀਤੇ ਜਾ ਸਕਦੇ। ਉਹ ਕਹਿੰਦੇ 26 ਜਨਵਰੀ ਨੂੰ ਦਿੱਲੀ 'ਚ ਝੰਡਾ ਲਹਿਰਾਉਣ ਤੋਂ ਬਾਅਦ ਚੰਡੀਗੜ੍ਹ ਵੱਲ ਕੂਚ ਕੀਤਾ ਜਾਏਗਾ।
ਉਹਨਾਂ ਨੇ ਮਕੜੌਲੀ ਟੋਲ ਪਲਾਜ਼ਾ ਤੇ ਚੱਲ ਰਹੇ ਧਰਨੇ ਵਿੱਚ ਪਹੁੰਚ ਕੇ ਕਿਸਾਨਾਂ ਦੇ ਨਾਲ ਗੱਲਬਾਤ ਕੀਤੀ, ਉਹਨਾਂ ਦਾ ਹੌਸਲਾ ਵਧਾਇਆ ਤੇ ਬਾਅਦ ਦੇ ਵਿੱਚ ਪੱਤਰਕਾਰਾਂ ਨਾਲ ਜਦੋਂ ਟਕੈਤ ਗੱਲ ਕਰ ਰਹੇ ਸਨ, ਉਹਨਾਂ ਕਿਹਾ ਕਿ ਜਦੋਂ ਤੱਕ ਸਰਕਾਰ ਤਿੰਨੇ ਖੇਤੀ ਕਾਨੂੰਨ ਵਾਪਸ ਨਹੀਂ ਨਾ ਲੈ ਲੈਂਦੀ, ਉਦੋਂ ਤੱਕ ਸੜਕਾਂ ਤੇ ਵੀ ਇਹੋ ਹੀ ਸਥਿਤੀ ਰਹੇਗੀ। ਤੇ ਜੇ ਸਰਕਾਰ ਸੋਚਦੀ ਹੋਵੇ ਕਿ ਠੰਡ ਵੱਧ ਗਈ, ਲਗਾਤਾਰ ਮੀਂਹ ਪੈ ਰਿਹਾ, ਕਿਸਾਨ ਉੱਠ ਕੇ ਘਰਾਂ ਨੂੰ ਚਲੇ ਜਾਣਗੇ, ਕਹਿੰਦੇ ਤਾਂ ਸਰਕਾਰ ਗਲਤ ਸੋਚ ਰਹੀ ਹੈ। ਉਹ ਕਹਿੰਦੇ ਸਰਕਾਰ ਸਿਰਫ ਸੋਧ ਕਰਨਾ ਚਾਹੁੰਦੀ ਹੈ, ਪਰ ਕਿਸਾਨ ਸੋਧਾਂ ਨਹੀਂ ਚਾਹੁੰਦੇ। ਉਹਨਾਂ ਕਿਹਾ ਕਿ ਇਹ ਅੰਦੋਲਨ ਕਿਸੇ ਇੱਕ ਸੂਬੇ ਦਾ ਨਹੀਂ, ਸਗੋਂ ਭਾਰਤ ਦੇ ਕਿਸਾਨਾਂ ਦਾ ਅੰਦੋਲਨ ਬਣ ਗਿਆ। 26 ਜਨਵਰੀ ਦੇ ਪ੍ਰੋਗਰਾਮ ਲਈ 23 ਜਨਵਰੀ ਨੂੰ ਕਹਿੰਦੇ ਰਿਹਰਸਲ ਸ਼ੁਰੂ ਕਰ ਦਿਆਂਗੇ ਤੇ ਵੱਡੀ ਗਿਣਤੀ ਵਿੱਚ ਦਿੱਲੀ ਕਿਸਾਨ ਹੁਣ ਤੋਂ ਹੀ ਪਹੁੰਚਣੇ ਸ਼ੁਰੂ ਹੋ ਗਏ ਨੇ। ਅਸੀਂ ਕਾਨੂੰਨ ਰੱਦ ਚਾਹੁੰਦੇ ਹਾਂ, ਕਾਨੂੰਨ ਵਿੱਚ ਸੋਧਾਂ ਨਹੀਂ ਚਾਹੁੰਦੇ। ਪਹਿਲਾਂ ਤੁਹਾਨੂੰ ਯਾਦ ਹੋਣਾ ਕਿ ਕਿਸਾਨਾਂ ਨੂੰ ਚਿੱਠੀ ਤੋਂ ਬਾਅਦ ਕਿਸਾਨਾਂ ਨੇ ਕਿਹਾ ਸੀ ਕਿ 29 ਜਨਵਰੀ ਨੂੰ ਅਸੀਂ ਮੀਟਿੰਗ ਕਰਾਂਗੇ, ਪਰ ਉਹਨਾਂ ਨੂੰ ਪਤਾ ਸੀ ਕਿ ਸਰਕਾਰ ਨੂੰ ਕਿ 30 ਜਨਵਰੀ 2020 ਨੂੰ ਟਰੈਕਟਰ ਮਾਰਚ ਰੱਖਿਆ ਤੇ 30 ਜਨਵਰੀ ਦੀ ਤਰੀਕ ਰੱਖ ਲਈ। ਹੋ ਸਕਦਾ ਕੋਈ ਮੁਹੂਰਤ ਵੀ ਇਸ ਤਰ੍ਹਾਂ ਦਾ ਨਿਕਲਿਆ ਹੋਵੇ। ਕਿਸਾਨਾਂ ਨੇ ਕਿਹਾ ਠੀਕ ਹੈ, ਅਸੀਂ 30 ਜਨਵਰੀ ਵਾਲਾ ਮਾਰਚ 31 ਨੂੰ ਕਰ ਲਾਂਗੇ, ਤੁਹਾਡੇ ਨਾਲ ਮੀਟਿੰਗ ਕਰਾਂਗੇ। ਪਰ ਉਹਦੇ ਤੋਂ ਬਾਅਦ ਜਦੋਂ 30 ਜਨਵਰੀ ਦੀ ਮੀਟਿੰਗ ਦੇ ਵਿੱਚ ਸਕਾਰਾਤਮਕ ਲੱਗਿਆ ਕਿ ਨਤੀਜੇ ਠੀਕ ਹੈ, ਸਰਕਾਰ ਲਿਫੀ ਹੈ, ਸਰਕਾਰ ਝੁਕੀ ਹੈ, 4 ਸੂਤਰੀ ਏਜੰਡੇ ਵਿੱਚੋਂ 2 ਤੇ ਸਹੀ ਪਾ ਦਿੱਤੀ, ਬਾਕੀ 4 ਜਨਵਰੀ ਜਿਹੜੀ ਲੰਘ ਗਈ ਉਹ ਤਰੀਕ ਕਰ ਦਿੱਤੀ। ਉਹਨਾਂ ਨੇ ਕਿਹਾ ਕਿ ਠੀਕ ਹੈ, ਜਦੋਂ ਗੱਲਬਾਤ ਚੱਲ ਰਹੀ ਹੈ ਅਸੀਂ ਆਪਣਾ ਟਰੈਕਟਰ ਮਾਰਚ ਹਾਲੇ ਪੋਸਟਪੋਨ ਕਰ ਦਿੰਦੇ ਹਾਂ, ਰੱਦ ਨਹੀਂ ਸੀ ਕੀਤਾ। ਪਰ ਜਦੋਂ ਆ 4 ਜਨਵਰੀ ਦੀ ਮੀਟਿੰਗ ਦੇ ਵਿੱਚ ਗੱਲ ਕੋਈ ਤਣ ਪੱਤਣ ਨਾ ਲੱਗੀ, ਫਿਰ 6 ਜਨਵਰੀ ਨੂੰ ਆਖਿਆ ਸੀ ਕਿ ਟਰੈਕਟਰ ਮਾਰਚ ਕੱਢਿਆ ਜਾਏਗਾ। ਪਰ ਬਰਸਾਤ ਬੀਤੇ ਕਈ ਦਿਨਾਂ ਤੋਂ ਹੋ ਰਹੀ ਹੈ, ਮੌਸਮ ਦਾ ਮਿਜ਼ਾਜ ਵਿਗੜਿਆ ਹੋਇਆ, ਇਸ ਕਰਕੇ ਟਰੈਕਟਰ ਮਾਰਚ ਦੀ ਤਾਰੀਖ ਬਦਲ ਦਿੱਤੀ ਗਈ ਹੈ। ਕਿਉਂਕਿ ਖੇਤੀ ਕਾਨੂੰਨਾਂ ਦੇ ਵਿਰੁੱਧ ਹੁਣ ਤਾਂ 41 ਦਿਨ ਬੀਤ ਚੁੱਕੇ ਹੈ ਦਿੱਲੀ ਦੀ ਸਰਹੱਦ ਤੇ ਕਿਸਾਨਾਂ ਨੂੰ ਬੈਠਿਆਂ ਨੂੰ। 6 ਜਨਵਰੀ ਨੂੰ ਜਿਹੜਾ ਮਾਰਚ ਹੋਣਾ ਸੀ ਉਹ ਮੁਲਤਵੀ ਕੀਤਾ ਸੀ ਤੇ ਹੁਣ ਜਾਣਕਾਰੀ ਦੇ ਦਿੱਤੀ ਗਈ ਹੈ ਕਿ ਇਹ ਟਰੈਕਟਰ ਮਾਰਚ 7 ਜਨਵਰੀ ਨੂੰ ਕੱਢਿਆ ਜਾਏਗਾ। ਕਿਸਾਨ ਜਥੇਬੰਦੀਆਂ ਨੇ ਇਹ ਫੈਸਲਾ ਦਰਅਸਲ ਖਰਾਬ ਮੌਸਮ ਦੇ ਮੱਦੇਨਜ਼ਰ ਲਿਆ। ਲਗਾਤਾਰ ਦਿੱਲੀ ਅਤੇ ਆਲੇ ਦੁਆਲੇ ਮੀਂਹ ਪੈ ਰਿਹਾ ਤੇ ਕਿਸਾਨ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਹੈ। ਇਸ ਦੇ ਬਾਵਜੂਦ ਕਿਸਾਨਾਂ ਦੇ ਹੌਸਲੇ ਬੁਲੰਦ ਨੇ, ਪਸਤ ਨਹੀਂ ਹੋਏ। ਉਹ ਮੀਂਹ 'ਚ, ਉਹ ਝੱਖੜ 'ਚ, ਉਹ ਠੰਡ 'ਚ ਆਪਣਾ ਧਰਨਾ ਜਾਰੀ ਰੱਖੀ ਬੈਠੇ ਹੈ ਤੇ ਰੋਜ਼ਾਨਾ ਗਿਣਤੀ ਵੱਡੀ ਹੁੰਦੀ ਜਾ ਰਹੀ ਹੈ। ਕਿਉਂਕਿ ਤਿੰਨੇ ਖੇਤੀ ਕਾਨੂੰਨਾਂ ਦੇ ਖਿਲਾਫ MSP ਨੂੰ ਕਾਨੂੰਨੀ ਮਾਨਤਾ ਦੇਣ ਦੀ ਮੰਗ ਨੂੰ ਲੈ ਕੇ ਦਿੱਲੀ ਦੇ ਵਿੱਚ ਅੰਦੋਲਨ ਭਖਦਾ ਹੀ ਜਾ ਰਿਹਾ ਹੈ। 4 ਜਨਵਰੀ ਦੀ ਮੀਟਿੰਗ ਦਾ ਮੈਂ ਜ਼ਿਕਰ ਕਰ ਰਿਹਾ ਸੀ। ਸਰਕਾਰ ਅਤੇ ਕਿਸਾਨਾਂ ਵਿਚਕਾਰ ਮੀਟਿੰਗ ਤਾਂ ਹੋਈ, ਪਰ ਸਰਕਾਰ ਦੇ ਤੇਵਰ ਕੁਝ ਚੰਗੇ ਨਹੀਂ ਸਨ। ਸਰਕਾਰ ਨੇ ਸਪਸ਼ਟ ਤੌਰ ਤੇ ਕਿਸਾਨ ਜਥੇਬੰਦੀਆਂ ਨੂੰ ਆਗੂ ਨੂੰ ਆਖ ਦਿੱਤਾ ਸੀ ਕਿ ਕਾਨੂੰਨ ਰੱਦ ਨਹੀਂ ਹੋਣੇ, ਸੋਧਾਂ ਕਰ ਦਿਆਂਗੇ। ਉੱਥੇ ਹੀ ਕਿਸਾਨ ਆਗੂਆਂ ਨੇ ਕਿਹਾ ਸੀ ਕਿ ਕਾਨੂੰਨ ਰੱਦ ਕਰਨੇ ਨੇ, ਨਹੀਂ ਗੱਲ ਨਹੀਂ ਹੋਏਗੀ। ਬੈਠਕ ਦੇ ਵਿੱਚ ਕਿਸੇ ਵੀ ਮੁੱਦੇ ਤੇ ਸਹਿਮਤੀ ਨਹੀਂ ਸੀ ਬਣੀ। ਅਗਲੀ ਬੈਠਕ ਹੁਣ 8 ਜਨਵਰੀ 2021 ਦੀ ਹੈ। 4 ਜਨਵਰੀ ਵਾਲੀ ਮੀਟਿੰਗ ਜਦੋਂ ਬੇਸਿੱਟਾ ਰਹੀ, ਉਸ ਤੋਂ ਬਾਅਦ ਅੰਦੋਲਨ ਤੇਜ਼ ਕੀਤਾ ਗਿਆ। ਜੋਗਿੰਦਰ ਯਾਦਵ ਹੋਰਾਂ ਨੇ ਦੱਸਿਆ ਕਿ ਐਕਸਪ੍ਰੈਸ ਵੇ ਤੇ ਕਿਸਾਨ ਚਾਰੇ ਪਾਸੋਂ ਟਰੈਕਟਰ ਮਾਰਚ ਕਰਨਗੇ। ਇਹ ਟਰੈਕਟਰ ਮਾਰਚ ਕੁੰਡਲੀ ਬਾਰਡਰ, ਟਿਕਰੀ ਬਾਰਡਰ, ਗਾਜ਼ੀਪੁਰ ਬਾਰਡਰ ਤੋਂ ਭਲਵਲ ਵੱਲ, ਰਿਵਾਸਨ ਤੋਂ ਵੀ ਭਲਵਲ ਵੱਲ ਹੋਏਗਾ। ਉਹਨਾਂ ਕਿਹਾ ਕਿ 26 ਜਨਵਰੀ ਨੂੰ ਭਾਰਤ ਜੋ ਇਤਿਹਾਸਕ ਗਣਤੰਤਰ ਦਿਵਸ ਦੀ ਪਰੇਡ ਦੇਖੇਗਾ, ਉਹਦਾ ਟ੍ਰੇਲਰ ਅਸੀਂ 7 ਜਨਵਰੀ ਨੂੰ ਦਿਖਾਉਣ ਵਾਲੇ ਹਾਂ ਕਿ ਹੋਵੇਗਾ ਕਿਹੋ ਜਿਹਾ। ਕੱਲ੍ਹ ਤੋਂ 2 ਹਫ਼ਤੇ ਲਈ ਪੂਰੇ ਦੇਸ਼ ਦੇ ਵਿੱਚ ਦੇਸ਼ ਜਾਗਰਣ ਮੁਹਿੰਮ ਚੱਲੇਗੀ। ਉਹਨਾਂ ਅੱਗੇ ਕਿਹਾ ਕਿ ਭਾਰਤ ਦੇ ਕੋਨੇ-ਕੋਨੇ ਵਿੱਚ ਪ੍ਰਦਰਸ਼ਨ ਸ਼ੁਰੂ ਹੋ ਚੁੱਕੇ ਨੇ। ਇਹਨਾਂ ਨੂੰ ਡੂੰਘਾ ਕੀਤਾ ਜਾਵੇਗਾ, ਤੇਜ਼ ਕੀਤਾ ਜਾਵੇਗਾ, ਝੂਠ ਦਾ ਪਰਦਾਫਾਸ਼ ਕੀਤਾ ਜਾਏਗਾ। ਉਹਨਾਂ ਕਿਹਾ ਕਿ ਅੰਦੋਲਨ ਹੁਣ ਪੰਜਾਬ ਹਰਿਆਣੇ ਦਾ ਨਹੀਂ, ਸਮੁੱਚੇ ਭਾਰਤ ਦਾ ਹੋ ਚੁੱਕਿਆ ਹੈ। ਕਿਸਾਨ 26 ਜਨਵਰੀ ਨੂੰ ਗਣਤੰਤਰ ਦਿਵਸ ਦੇ ਮੌਕੇ ਤੇ ਟਰੈਕਟਰ ਪਰੇਡ ਜਿਹੜੀ ਕੱਢਣਗੇ। ਹਰਿਆਣਾ ਦੇ ਪਿੰਡਾਂ ਤੋਂ ਖਬਰਾਂ ਮਿਲ ਰਹੀਆਂ ਨੇ ਕਿ ਵੱਡੀ ਗਿਣਤੀ ਵਿੱਚ ਧੀਆਂ, ਧਿਆਣੀਆਂ ਤੇ ਔਰਤਾਂ ਸ਼ਾਮਲ ਹੋਣਗੀਆਂ। ਇਹ ਜਿਹੜਾ ਰਾਜਪਥ ਤੇ ਟਰੈਕਟਰ ਪਰੇਡ ਕੱਢਣ ਵਾਲਾ ਨਾ ਕੰਮ ਹੈ, ਉਹ ਹਰਿਆਣਾ ਦੇ ਜੀਂਦ ਦੇ ਵਿੱਚ ਹੁਣ ਵੀ ਦੇਖਿਆ ਜਾ ਸਕਦਾ। ਖਬਰਾਂ ਮਿਲੀਆਂ ਨੇ ਕਿ ਕਿਸਾਨਾਂ ਦੀਆਂ ਧੀਆਂ ਭੈਣਾਂ ਟਰੈਕਟਰ ਟਰਾਲੀਆਂ ਚਲਾਉਣ ਦੀ ਉੱਥੇ ਟ੍ਰੇਨਿੰਗ ਲੈ ਰਹੀਆਂ ਨੇ। ਇਹਨਾਂ ਦਿਨਾਂ ਦੇ ਵਿੱਚ ਜੀਂਦ ਪਟਿਆਲਾ ਨੈਸ਼ਨਲ ਹਾਈਵੇ ਤੇ ਖੱਟਰ ਟੋਲ ਪਲਾਜ਼ਾ ਨੇੜੇ ਇਹਨਾਂ ਧੀਆਂ ਨੂੰ, ਮੁਟਿਆਰਾਂ ਨੂੰ, ਔਰਤਾਂ ਨੂੰ ਟਰੈਕਟਰ ਟਰਾਲੀਆਂ ਚਲਾਉਂਦੇ, ਸਿਖਲਾਈ ਲੈਂਦੇ, ਟ੍ਰੇਨਿੰਗ ਕਰਦੇ ਦੇਖਿਆ ਜਾ ਰਿਹਾ ਹੈ ਕਿ ਤੰਗ ਗਲੀਆਂ ਦੇ ਰਾਹੀਂ ਟਰੈਕਟਰ ਟਰਾਲੀਆਂ ਨੂੰ ਕਿਵੇਂ ਲੰਘਾਉਣਾ ਹੈ। ਇਹ ਸਭ ਕੁਝ ਉਹਨਾਂ ਨੂੰ ਸਿਖਾਇਆ ਜਾ ਰਿਹਾ ਹੈ ਤੇ ਸਿਖਲਾਈ ਲੈ ਰਹੀਆਂ ਇਹਨਾਂ ਮੁਟਿਆਰਾਂ, ਧੀਆਂ ਤੇ ਔਰਤਾਂ ਦਾ ਕਹਿਣਾ ਹੈ ਕਿ ਉਹ 26 ਜਨਵਰੀ ਨੂੰ ਖੁਦ ਟਰੈਕਟਰ ਟਰਾਲੀਆਂ ਚਲਾ ਕੇ ਰਾਜਪਥ ਤੇ ਪਰੇਡ ਦੇ ਵਿੱਚ ਹਿੱਸਾ ਲੈਣਗੀਆਂ। ਧੀਆਂ ਦਾ ਕਹਿਣਾ ਹੈ ਕਿ ਅਸੀਂ ਖੁਦ ਆਪਣੇ ਟਰੈਕਟਰਾਂ ਨੂੰ ਲਾਲ ਕਿਲੇ ਤੱਕ ਲੈ ਕੇ ਜਾਵਾਂਗੀਆਂ। ਇਹ ਇੱਕ ਇਤਿਹਾਸਕ ਪਲ ਹੋਏਗਾ। ਇਸ ਬੈਠਕ ਤੋਂ ਬਾਅਦ ਕਿਸਾਨਾਂ ਨੇ ਅੰਦੋਲਨ ਤੇਜ਼ ਕੀਤਾ ਹੈ। ਆ 26 ਜਨਵਰੀ ਦੀ ਪਰੇਡ
ਆ 7 ਜਨਵਰੀ ਦਾ ਟ੍ਰੇਲਰ ਦੇਖਣ ਵਾਲਾ ਹੋਏਗਾ। ਹਰਿਆਣੇ ਦੇ ਪਿੰਡਾਂ ਤੋਂ ਖਬਰਾਂ ਮਿਲ ਰਹੀਆਂ ਨੇ ਕਿ ਬਹੁਤ ਵੱਡੀ ਗਿਣਤੀ ਵਿੱਚ ਜਿੱਥੇ ਇਹ ਧੀਆਂ, ਜਿੱਥੇ ਇਹ ਮੁਟਿਆਰਾਂ ਆਉਣਾ ਚਾਹੁੰਦੀਆਂ ਨੇ ਇਸ ਪਰੇਡ ਦੇ ਵਿੱਚ, ਉੱਥੇ ਪਿੰਡ ਦੇ ਵਿੱਚੋਂ ਟਰੈਕਟਰ ਟਰਾਲੀਆਂ ਵੱਡੇ ਪੱਧਰ ਤੇ ਦਿੱਲੀ ਵੱਲ ਕੂਚ ਕਰਨਗੀਆਂ। ਨੌਜਵਾਨ ਵਰਗ ਸਮੁੱਚੇ ਭਾਰਤ ਦਾ 6 ਜਨਵਰੀ ਵਾਸਤੇ ਤਿਆਰ ਸੀ, ਪਰ ਜਦੋਂ ਹੁਣ ਮੌਸਮ ਦੇ ਮਿਜ਼ਾਜ ਵਿਗੜਨ ਦੇ ਕਾਰਨ 7 ਜਨਵਰੀ ਕੀਤਾ, ਕੁਝ ਇੱਕ ਨੂੰ ਤਾਂ ਲੱਗਿਆ ਕਿ ਨਹੀਂ ਇਹ ਠੀਕ ਨਹੀਂ ਹੋਇਆ। ਪਰ ਜਦੋਂ ਉਹਨਾਂ ਨੂੰ ਐਲਾਨ ਕਰ ਦਿੱਤਾ ਗਿਆ ਕਿ 7 ਜਨਵਰੀ, ਤੇ ਉਹ ਫਿਰ ਹੌਸਲੇ ਬੁਲੰਦ ਨੇ। ਹੁਣ 7 ਜਨਵਰੀ ਨੂੰ ਟਰੈਕਟਰ ਗੂੰਜਣਗੇ, ਬੁੱਕਣਗੇ, ਦਿੱਲੀ ਦੀ ਹਿੱਕ ਤੇ ਬੁੱਕਣਗੇ। ਤੇ ਅਗਲੀ ਖਬਰ ਹੈ ਜਿਹੜੀ ਬੜੀ ਮੰਦਭਾਗੀ ਖਬਰ ਹੈ। ਵਿਆਹ ਰੱਖਿਆ ਸੀ ਕਿਸੇ ਧੀ ਧਿਆਣੀ ਦਾ, ਉਹ ਤੋਂ 5 ਦਿਨ ਪਹਿਲਾਂ ਇਸ ਲੜਕੀ ਨੇ ਆਪਣੇ ਪਰਿਵਾਰ ਸਮੇਤ ਖੁਦਕੁਸ਼ੀ ਕਰ ਲਈ ਹੈ। ਨਵਾਂ ਸ਼ਹਿਰ ਦਾ ਪਿੰਡ ਹੈ ਮੱਲਪੁਰ, ਉੱਥੋਂ ਇਹ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਵਿਆਹ ਤੋਂ ਮਹਿਜ਼ 5 ਦਿਨ ਪਹਿਲਾਂ ਲੜਕੀ ਨੇ ਪਰਿਵਾਰ ਸਮੇਤ ਖੁਦਕੁਸ਼ੀ ਕਰ ਲਈ। ਕਾਰਨ ਪਤਾ ਨਹੀਂ ਕੀ ਰਹੇ ਹੋਣਗੇ। ਮ੍ਰਿਤਕਾਂ ਦੀ ਪਹਿਚਾਣ ਜੀਤ ਰਾਮ, ਉਹਦੀ ਪਤਨੀ ਚੰਨੋ ਅਤੇ ਉਹਨਾਂ ਦੀ ਧੀ ਜਮਨਾ ਦੇਵੀ, ਜੋ ਕਿ ਮੱਲਪੁਰ ਦੇ ਰਹਿਣ ਵਾਲੇ ਸਨ, ਇਹਨਾਂ ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ ਜਮਨਾ ਦੇਵੀ ਦਾ ਵਿਆਹ 10 ਜਨਵਰੀ ਨੂੰ ਸੀ ਅਤੇ ਵਿਆਹ ਤੋਂ 5 ਦਿਨ ਪਹਿਲਾਂ ਪਰਿਵਾਰ ਨੇ ਖੁਦਕੁਸ਼ੀ ਕੀਤੀ ਹੈ। ਘਟਨਾ ਤੋਂ ਬਾਅਦ ਇਲਾਕੇ ਵਿੱਚ ਸੋਗ ਦਾ ਮਾਹੌਲ ਹੈ। ਘਟਨਾ ਤੋਂ ਬਾਅਦ ਹਰ ਕੋਈ ਵਿਅਕਤੀ ਹੈਰਾਨ ਹੋ ਰਿਹਾ ਹੈ। ਇਹ ਵੀ ਪਤਾ ਲੱਗਾ ਹੈ ਕਿ ਮ੍ਰਿਤਕ ਜੀਤ ਰਾਮ ਦੀਆਂ 7 ਧੀਆਂ ਅਤੇ 1 ਪੁੱਤਰ ਸੀ, ਜਿਨ੍ਹਾਂ ਵਿੱਚੋਂ 6 ਧੀਆਂ ਦਾ ਵਿਆਹ ਪਹਿਲਾਂ ਹੋ ਚੁੱਕਾ ਸੀ, ਜਦ ਕਿ ਉਹਨਾਂ ਦੇ ਪੁੱਤਰ ਦੀ ਕੁਝ ਸਾਲ ਪਹਿਲਾਂ ਹੀ ਇੱਕ ਹਾਦਸੇ ਵਿੱਚ ਮੌਤ ਹੋ ਗਈ ਸੀ। ਤੇ ਜਿਹੜੀ ਹੁਣ ਕੁਆਰੀ ਲੜਕੀ ਸੀ, ਜਿਹਦਾ 10 ਜਨਵਰੀ ਨੂੰ ਵਿਆਹ ਰੱਖਿਆ ਹੋਇਆ ਸੀ, ਉਹਨੇ ਆਪਣੇ ਮਾਂ ਤੇ ਬਾਪ ਸਮੇਤ ਖੁਦਕੁਸ਼ੀ ਕਰ ਲਈ ਹੈ। ਪਰ ਹਾਲੇ ਤੱਕ ਪਤਾ ਨਹੀਂ ਲੱਗ ਸਕਿਆ ਕਿ ਇਸ ਖੁਦਕੁਸ਼ੀ ਦਾ ਦਰਅਸਲ ਕਾਰਨ ਕੀ ਬਣਿਆ। ਦੋਸਤੋ, ਇਹ ਕੁਝ ਖਬਰਾਂ ਨੇ ਜਿਹੜੀਆਂ ਤੁਹਾਡੇ ਹਵਾਲੇ ਕਰ ਦਿੱਤੀਆਂ ਗਈਆਂ ਨੇ। ਜੇ ਜਾਣਕਾਰੀਆਂ ਚੰਗੀਆਂ ਲੱਗੀਆਂ ਨੇ, ਕਿਰਪਾ ਕਰਕੇ ਲਾਈਕ ਵਾਲਾ ਬਟਨ ਦਬਾਉਣਾ ਨਾ ਭੁੱਲਿਓ। ਤੇ ਅੱਗੇ ਜਿੱਥੇ ਵੀ ਤੱਕ ਤੁਹਾਡੀ ਪਹੁੰਚ ਹੈ, ਕਿਉਂਕਿ ਮੈਨੂੰ ਪਤਾ ਤੁਹਾਡੇ ਦਾਇਰੇ ਬਹੁਤ ਵਿਸ਼ਾਲ ਹੈ, ਪ੍ਰੋਗਰਾਮ ਸ਼ੇਅਰ ਜ਼ਰੂਰ ਕਰ ਦਿਆ ਕਰੋ। ਤੁਹਾਡੇ ਧੰਨਵਾਦੀ ਹੋਵਾਂਗੇ। ਜਾਣ ਤੋਂ ਪਹਿਲਾਂ ਕਹਾਂਗਾ, ਜ਼ਿੰਦਗੀ ਜਿੰਦਾਦਲੀ ਦਾ ਨਾਮ ਹੈ। ਦਵਿੰਦਰ ਸਿੰਘ ਬੈਨੀਪਾਲ ਨੂੰ ਆਗਿਆ ਦਿਓ। ਸਤਿ ਸ੍ਰੀ ਅਕਾਲ। ਤੇਰਾ ਬਰਾਖਾ।